सो हुण असीं इंट्रोडक्शन ऑफ हाउसकीपिंग डिपार्टमेंट बारे जानांगे कि हाउसकीपिंग डिपार्टमेंट हुंदा की है। सो हाउसकीपिंग डिपार्टमेंट ਵਿੱਚ ਸਭ ਤੋਂ ਪਹਿਲਾਂ ਉਹਦੀ ਇੰਟਰੋਡਕਸ਼ਨ ਦੇਖਦੇ ਹਾਂ। ਹਾਊਸਕੀਪਿੰਗ ਇਜ਼ ਦੀ ਮੈਨੇਜਮੈਂਟ ਆਫ ਹਾਊਸਹੋਲਡ ਅਫੇਅਰਸ means we are dealing with maintaining a clean and comfortable environment in the premises। ਇਸ ਤੋਂ ਭਾਵ ਇਹ ਆ ਕਿ ਹਾਊਸਕੀਪਿੰਗ ਡਿਪਾਰਟਮੈਂਟ ਹੋਟਲ ਦੇ ਵਿੱਚ ਜਾਂ ਹਾਊਸ ਦੇ ਵਿੱਚ ਸਭ ਤੋਂ ਮੇਨ ਡਿਪਾਰਟਮੈਂਟ ਹੁੰਦਾ ਜਿਹਦਾ ਕੰਮ ਮੇਨਟੇਨਿੰਗ ਜਾਂ ਫਿਰ ਕਲੀਨਿੰਗ ਦਾ ਹੁੰਦਾ ਆ ਕਿ ਇੱਕ ਕੰਫਰਟੇਬਲ ਜ਼ੋਨ ਪ੍ਰੋਵਾਈਡ ਕਰਨਾ, ਇੱਕ ਕੰਫਰਟੇਬਲ ਇਨਵਾਇਰਮੈਂਟ ਪ੍ਰੋਵਾਈਡ ਕਰਨਾ ਹੋਟਲ ਦੇ ਵਿੱਚ ਜਾਂ ਫਿਰ ਕਿਸੇ ਵੀ ਜਗ੍ਹਾ 'ਤੇ ਕਿਸੇ ਵੀ ਬਿਜ਼ਨਸ ਅਫੇਅਰ ਆਰਗੇਨਾਈਜੇਸ਼ਨ ਦੇ ਵਿੱਚ। ਇਨ ਅਦਰ ਵਰਡ ਇਟ ਇਜ਼ ਦੀ ਹਾਊਸਕੀਪਿੰਗ ਟਾਸਕ ਟੂ ਇੰਸ਼ੋਰ ਦੀ ਗੈਸਟ ਨੀਡਸ ਐਂਡ ਪ੍ਰੈਫਰੈਂਸਿਸ ਟੂ ਕੰਫਰਟ ਐਂਡ ਸਿਕਿਉਰਿਟੀ ਆਰ ਫੁੱਲਫਿਲਡ ਕਿ ਦੇਖਣਾ ਕਿ ਗੈਸਟ ਦੀਆਂ ਕੀ ਜ਼ਰੂਰਤਾਂ ਨੇ, ਗੈਸਟ ਨੂੰ ਕਿਸੇ ਚੀਜ਼ ਦੀ ਕੋਈ ਲੋੜ ਤਾਂ ਨਹੀਂ, ਉਹਨੂੰ ਕੰਫਰਟ ਜ਼ੋਨ ਦੇ ਵਿੱਚ ਲਿਆਉਣਾ, ਉਸ ਨੂੰ ਵਧੀਆ ਸਿਕਿਉਰ ਵਾਤਾਵਰਨ ਇਨਵਾਇਰਮੈਂਟ ਜੋ ਦੇਣਾ, ਇਹ ਹਾਊਸਕੀਪਿੰਗ ਡਿਪਾਰਟਮੈਂਟ ਦਾ ਕੰਮ ਹੁੰਦਾ ਹੈ। ਹੁਣ ਇਹ ਆ ਗਿਆ ਸਟਰਕਚਰ ਆਫ ਹਾਊਸਕੀਪਿੰਗ ਡਿਪਾਰਟਮੈਂਟ। ਇਹ ਹੈਗਾ ਲਾਰਜ ਹੋਟਲ ਦਾ। ਵੱਡੇ ਹੋਟਲ ਦੇ ਵਿੱਚ ਕੀ ਹੁੰਦਾ, ਐਗਜ਼ੀਕਿਊਟਿਵ ਹਾਊਸਕੀਪਰ ਹੁੰਦਾ ਹੈੱਡ, ਅਸਿਸਟੈਂਟ ਆ ਗਿਆ ਉਹਦਾ, ਫਿਰ ਉਸ ਤੋਂ ਬਾਅਦ ਥੱਲੇ ਸੁਪਰਵਾਈਜ਼ਰ ਆ ਗਏ ਜਿਹਦੇ ਵਿੱਚ ਰੂਮ ਸੁਪਰਵਾਈਜ਼ਰ, ਪਬਲਿਕ ਏਰੀਆ ਸੁਪਰਵਾਈਜ਼ਰ, ਲਾਂਡਰੀ ਸੁਪਰਵਾਈਜ਼ਰ ਅਤੇ ਲਿਨਨ ਸੁਪਰਵਾਈਜ਼ਰ, ਅਤੇ ਥੱਲੇ ਇਹਨਾਂ ਦੇ ਅਟੈਂਡੈਂਟ ਆ ਗਏ। ਜਿਵੇਂ ਰੂਮ ਸੁਪਰਵਾਈਜ਼ਰ ਹੁੰਦਾ ਆ ਉਹਦੇ ਅਟੈਂਡੈਂਟ ਆ ਗਏ, ਰੂਮ ਅਟੈਂਡੈਂਟ ਹਾਊਸਮੈਨ ਆ ਗਿਆ। ਪਬਲਿਕ ਏਰੀਆ ਦੇ ਵਿੱਚ ਜਿਹੜਾ ਸੁਪਰਵਾਈਜ਼ਰ ਹੁੰਦਾ ਆ ਉਹਦੇ ਵਿੱਚ ਪਬਲਿਕ ਏਰੀਆ ਅਟੈਂਡੈਂਟ ਆ ਗਿਆ, ਲਾਂਡਰੀ ਦਾ ਲਾਂਡਰੀ ਅਟੈਂਡੈਂਟ ਅਤੇ ਲਿਨਨ ਰੂਮ ਦਾ ਲਿਨਨ ਮੇਡ ਆ ਗਈ। ਅਗਰ ਅਸੀਂ ਮਿਡਲ ਜਾਂ ਸਮੋਲ ਹੋਟਲ ਦਾ ਦੇਖੀਏ ਉਹਦੇ ਵਿੱਚ ਫਿਰ ਫਲੋਰ ਸੁਪਰਵਾਈਜ਼ਰ, ਲਿਨਨ ਅਤੇ ਪਬਲਿਕ ਏਰੀਆ ਰਹਿ ਜਾਂਦਾ ਕਿਉਂਕਿ ਲਾਂਡਰੀ ਜਿਹੜੀ ਹੁੰਦੀ ਆ, ਜਿਵੇਂ ਪਿੱਛੇ ਲਾਂਡਰੀ ਸੀਗੀ, ਲਾਂਡਰੀ ਫਿਰ ਇਹ ਬਾਹਰੋਂ ਕਰਵਾ ਲੈਂਦੇ ਆ, ਇਸ ਕਰਕੇ ਇਹਦੇ ਵਿੱਚ ਲਾਂਡਰੀ ਡਿਪਾਰਟਮੈਂਟ ਨਹੀਂ ਹੈਗਾ, ਬਾਕੀ ਸੇਮ ਹੀ ਆ। ਮਿਸ਼ਨ ਆਫ ਹਾਊਸਕੀਪਿੰਗ ਡਿਪਾਰਟਮੈਂਟ ਦਾ ਮਿਸ਼ਨ ਕੀ ਹੁੰਦਾ ਹੈ, ਕੰਮ ਕੀ ਹੁੰਦਾ, ਇੱਕ ਕੀ ਉਹਦਾ ਮੁੱਦਾ ਕੀ ਆ, ਕਿਉਂ ਆ ਹਾਊਸਕੀਪਿੰਗ ਡਿਪਾਰਟਮੈਂਟ। ਮਿਸ਼ਨ ਇਜ਼ ਏ continuing task or responsibility to be performed by a group of people, provide a clean interior to upgrade room sales। ਰੂਮਸ ਨੂੰ ਕਲੀਨ ਕਰਦੇ ਜਾਣਾ, ਉੱਤੇ ਵਧੀਆ ਵਾਤਾਵਰਨਿਕ ਬਣਾਉਣਾ ਕਿ ਅਸੀਂ ਰੂਮ ਨੂੰ ਸੇਲ ਕਰ ਪਾਈਏ। ਇਨਕਰੀਜ਼ ਦੀ ਹੋਟਲ ਰੈਵਨਿਊ ਇਫ ਦੇ ਆਰ ਕਲੀਨਡ ਪ੍ਰੋਪਰਲੀ। ਅਗਰ ਉਹ ਸਾਫ਼ ਹੋਣਗੇ ਤਾਂ ਫਿਰ ਵਧੀਆ ਰੂਮ ਰੈਵਨਿਊ ਆਏਗਾ, ਹੈ ਨਾ, ਅਸੀਂ ਰੂਮ ਮਹਿੰਗੇ ਵੇਚ ਸਕਾਂਗੇ। ਵੈਲ ਮੇਨਟੇਨਡ ਬਾਏ ਦੀ ਹਾਊਸਕੀਪਿੰਗ ਡਿਪਾਰਟਮੈਂਟ, ਵਧੀਆ ਮੇਨਟੇਨ ਕਰਕੇ ਰੱਖਣਾ ਰੂਮ ਦੇ ਵਿੱਚ, ਕੋਈ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਪ੍ਰੋਵਾਈਡ ਕਰਨੀ। ਪ੍ਰੋਟੈਕਟ ਦੀ ਓਨਰ ਇਨਵੈਸਟਮੈਂਟਸ, ਇਹਦੇ ਵਿੱਚ ਕੀ ਆਉਂਦਾ, ਮੇਨਟੇਨ ਦੀ ਲਾਈਫ ਐਕਸਪੈਕਟੈਂਸੀ ਆਫ ਆਲ ਇੰਟੀਰੀਅਰ ਡਿਜ਼ਾਈਨ ਇਨ ਦੀ ਪ੍ਰੀਮਿਸਿਸ। ਦੇਖਣਾ ਕਿ ਖਿੜਕੀਆਂ ਖੁੜਕੀਆਂ ਦੀ ਲਾਈਫ ਵਧੀਆ ਆ, ਖਿੜਕੀਆਂ ਖੁੜਕੀਆਂ ਦਾ ਖਿਆਲ ਰੱਖਣਾ, ਕੰਧਾਂ ਵਗੈਰਾ ਦਾ ਖਿਆਲ ਰੱਖਣਾ, ਆਲ ਇੰਟੀਰੀਅਰ ਦਾ ਖਿਆਲ ਰੱਖਣਾ, ਹਰ ਇੱਕ ਚੀਜ਼ ਦਾ। ਟੂ ਡੈਵਲਪ ਇਫੈਕਟਿਵ ਕਲੀਨਿੰਗ ਪ੍ਰੈਕਟਿਸ, ਹਰ ਇੱਕ ਚੀਜ਼ ਇਫੈਕਟਿਵ ਹੋਵੇ, ਹਰ ਇੱਕ ਚੀਜ਼ ਕਲੀਨ ਹੋਵੇ, ਇਹਨੂੰ ਪ੍ਰੈਕਟਿਸਿਸ ਦੇ ਵਿੱਚ ਲਿਆਉਣਾ। ਇਹ ਨਹੀਂ ਕਿ ਦਿਮਾਗ ਦੇ ਵਿੱਚ ਸੋਚਣਾ, ਹਰ ਇੱਕ ਚੀਜ਼ ਨੂੰ ਪ੍ਰੈਕਟੀਕਲੀ ਕਲੀਨ ਕਰਨਾ, ਇਹ ਡਿਪਾਰਟਮੈਂਟ ਹਾਊਸਕੀਪਿੰਗ ਦਾ ਕੰਮ ਹੈ। ਟੂ ਟ੍ਰੇਨ ਹਾਊਸਕੀਪਿੰਗ ਟੂ ਡੂ ਦੀ ਕਲੀਨਿੰਗ ਜੋਬ ਟੂ ਮੀਟ ਦੀ ਮਿਸ਼ਨ। ਟ੍ਰੇਨ ਕਰਨਾ ਹਾਊਸਕੀਪਿੰਗ ਸਟਾਫ ਨੂੰ ਕਲੀਨਿੰਗ ਜੋਬ ਦੇ ਲਈ, ਅਤੇ ਆਪਣੇ ਕਿਉਂਕਿ ਉਹ ਤਾਂ ਜੋ ਇਹ ਮਿਸ਼ਨ ਦੇ ਵਿੱਚ ਉਹ ਬਰਾਬਰਤਾ ਹਾਸਿਲ ਕਰ ਸਕਣ ਸਾਫ਼ ਕਰਨ ਦੇ ਵਿੱਚ। ਜੋਬ ਡਿਸਕ੍ਰਿਪਸ਼ਨ ਐਂਡ ਜੋਬ ਸਪੈਸੀਫਿਕੇਸ਼ਨ, ਇਹ ਵੀ ਬਹੁਤ ਜ਼ਰੂਰੀ ਚੀਜ਼ ਹੈ ਕਿ ਜੋਬ ਸਪੈਸੀਫਿਕੇਸ਼ਨ ਕੀ ਹੁੰਦੀ ਹੈ, ਉਹਦੀਆਂ ਰਿਸਪੋਂਸੀਬਿਲਿਟੀਜ਼ ਕੀ ਹੁੰਦੀਆਂ ਜਿਹਨੂੰ ਕਹਿ ਸਕਦੇ। ਜਿਵੇਂ ਹੈੱਡ ਦੀ ਰਿਸਪੋਂਸੀਬਿਲਿਟੀ ਜਿਹਨੂੰ ਐਗਜ਼ੀਕਿਊਟਿਵ ਹਾਊਸਕੀਪਰ ਜਾਂ ਡਾਇਰੈਕਟਰ ਆਫ ਹਾਊਸਕੀਪਿੰਗ ਵੀ ਕਹਿੰਦੇ ਆ, ਉਹਦੀ ਰਿਸਪੋਂਸੀਬਿਲਿਟੀ ਹੁੰਦੀ ਆ ਕਿ ਉਹ ਰਿਸਪੋਂਸੀਬਲ ਐਂਡ ਅਕਾਊਂਟੇਬਲ ਹੁੰਦਾ ਆ ਕਲੀਨਿਨੈਸ, ਮੇਨਟੇਨੈਂਸ ਐਂਡ ਐਸਥੈਟਿਕ ਅਪਕੀਪ ਆਫ ਹੋਟਲ। ਉਹਨੇ ਖਿਆਲ ਰੱਖਣਾ ਹੁੰਦਾ ਕਿ ਹੋਟਲ ਜਿਹੜਾ ਕਲੀਨ ਆ, ਵਧੀਆ ਮੇਨਟੇਨੈਂਸ ਪੂਰੀ ਚੱਲ ਰਿਹਾ, ਕੰਮ ਕਰ ਰਿਹਾ ਮੇਨਟੇਨੈਂਸ ਡਿਪਾਰਟਮੈਂਟ। ਐਸਥੈਟਿਕ ਅਪਕੀਪ ਮਤਲਬ ਕਿ ਬੈਕਟੀਰੀਆਜ਼ ਫਰੀ ਆ, ਉੱਥੇ ਜਿਹੜਾ ਵਾਤਾਵਰਨ ਆ ਐਸਥੈਟਿਕ ਆ, ਇਹ ਸਾਰਾ ਖਿਆਲ ਰੱਖਣਾ ਐਗਜ਼ੀਕਿਊਟਿਵ ਹਾਊਸਕੀਪਰ ਘੁੰਮ ਫਿਰ ਕੇ ਦੇਖਦਾ ਰਹਿੰਦਾ। ਅਸਿਸਟੈਂਟ ਹਾਊਸਕੀਪਰ ਕੀ ਕਰਦਾ ਆ, ਮੈਨੇਜਿੰਗ ਦੀ ਰਿਸੋਰਸਿਸ ਗਿਵਨ ਬਾਈ ਦੀ EH executive housekeeper to achieve the common objective of cleanliness, maintenance and attractive
ਇਫੈਕਟਿਵਨੈਸ ਇਨ ਏ ਗਿਵਨ ਸ਼ਿਫਟ। ਉਹ ਐਗਜ਼ੀਕਿਊਟਿਵ ਹਾਊਸਕੀਪਰ ਨੂੰ ਅਸਿਸਟ ਕਰਦਾ, ਜਾਂ ਫਿਰ ਜਿਵੇਂ ਉਹ ਛੁੱਟੀ 'ਤੇ ਚਲ ਗਿਆ, ਇਹਨੇ ਮੈਨੇਜ ਕਰਨਾ ਹੁੰਦਾ, ਜਾਂ ਫਿਰ ਇਹਨੇ ਜੋ ਵੀ ਆਰਡਰ ਐਗਜ਼ੀਕਿਊਟਿਵ ਵੱਲੋਂ ਕੀਤੇ ਜਾਂਦੇ ਉਹਨੂੰ ਫੋਲੋ ਅਪ ਕਰਨਾ ਹੁੰਦਾ। ਰੂਮ ਸੁਪਰਵਾਈਜ਼ਰ ਜਿਹੜਾ ਰੂਮ ਸਾਰੇ ਹੈਂਡਲ ਕਰਦਾ ਹੋਟਲ ਦੇ ਵਿੱਚ, ਰਿਸਪੌਂਸਿਬਿਲਿਟੀ ਫॉर ਸੀਇੰਗ ਦੀ ਦੈਟ ਦੀ ਕ੍ਰਿਊ ਆਫ ਅਟੈਂਡੈਂਟ ਕੰਪਲੀਟ ਦੇਅਰ ਅਸਾਈਨਮੈਂਟ ਪ੍ਰੋਪਰਲੀ, ਮਤਲਬ ਕਿ ਰੂਮ ਜਿਹੜੇ ਸਾਫ਼ ਕਰਨ ਨੂੰ ਦਿੱਤੇ ਆ ਉਹ ਸਹੀ ਤਰੀਕੇ ਨਾਲ ਕਰ ਰਹੇ ਜਾਂ ਨਹੀਂ ਕਰ ਰਹੇ, ਇਹ ਰੂਮ ਸੁਪਰਵਾਈਜ਼ਰ ਦੇਖਦਾ ਆ। ਆਲਸੋ ਕਮਿਊਨੀਕੇਟ ਵਿਦ ਫਰੰਟ ਡੈਸਕ ਰਿਗਾਰਡਿੰਗ ਐਨੀ ਸਪੈਸ਼ਲ ਇੰਸਟਰਕਸ਼ਨ ਬਾਈ ਗੈਸਟ ਰੂਮ ਨਾਟ ਆਲਰੇਡੀ ਨੋਟਡ ਇਨ ਔਨ ਦੀ ਅਸਾਈਨਿੰਗ ਸੀਟ। ਜਿਵੇਂ ਕਿ ਕੋਈ ਗੈਸਟ ਆ ਉਹਨੂੰ ਆਪਣੇ ਰੂਮ ਦੇ ਵਿੱਚ ਕੋਈ ਸਪੈਸ਼ਲ ਡੈਕੋਰੇਸ਼ਨ ਚਾਹੀਦੀ ਆ, ਫਰੰਟ ਆਫਿਸ 'ਤੇ ਦੱਸਦਾ ਕਿ ਮੈਂ ਪਾਰਟੀ ਕਰਨੀ ਆ, ਮੈਨੂੰ ਇਹ ਡੈਕੋਰੇਸ਼ਨ ਚਾਹੀਦੀ, ਫਿਰ ਉਹ ਫਰੰਟ ਆਫਿਸ ਡਿਪਾਰਟਮੈਂਟ ਰੂਮ ਸੁਪਰਵਾਈਜ਼ਰ ਨਾਲ ਕਾਲਿੰਗ 'ਤੇ ਕਹਿੰਦਾ ਹੈ ਕਿ ਸਰ ਉਹਦੇ ਰੂਮ ਦੇ ਵਿੱਚ ਆਹ ਡੈਕੋਰੇਸ਼ਨ ਵਗੈਰਾ ਚਾਹੀਦੀ, ਮਤਲਬ ਕਮਿਊਨੀਕੇਟ ਕਰਨਾ ਫਰੰਟ ਡੈਸਕ ਨਾਲ। ਕੋਈ ਸਪੈਸ਼ਲ ਇੰਸਟਰਕਸ਼ਨ ਹੁੰਦੀ ਆ ਕਿ ਗੈਸਟ ਕਹਿ ਰਿਹਾ ਮੇਰੇ ਰੂਮ ਦੇ ਵਿੱਚ ਥੋੜ੍ਹੀ ਮੱਛਰ ਮੱਖੀਆਂ ਜਾਂ ਸਮੈਲ ਨਹੀਂ ਸਹੀ ਆ ਰਹੀ ਹੈਗੀ, ਕੋਈ ਵੀ ਪ੍ਰੋਬਲਮ ਆ ਰਹੇ ਉਹ ਫਰੰਟ ਆਫਿਸ 'ਤੇ ਦੱਸਦਾ ਗੈਸਟ, ਤੇ ਗੈਸਟ ਜਿਹੜਾ ਹਾਊਸਕੀਪਿੰਗ ਡਿਪਾਰਟਮੈਂਟ ਨੂੰ ਰੂਮ ਸੁਪਰਵਾਈਜ਼ਰ ਨੂੰ ਦੱਸਦਾ ਆ। ਫਲੋਰ ਸੁਪਰਵਾਈਜ਼ਰ ਹੁੰਦਾ ਹੈ ਜਿਹੜਾ ਸਾਰੇ ਹੋਟਲ ਦੇ ਫਲੋਰਸ ਨੂੰ ਸੁਪਰਵਾਈਜ਼ ਕਰਦਾ ਆ। ਜਿਵੇਂ ਕਿ ਰਿਸਪੌਂਸਿਬਿਲਿਟੀ ਆਫ ਦੀ ਗੈਸਟ ਫਲੋਰ ਅਟੈਚਡ ਟੂ ਹਿਮ ਔਰ ਸ਼ੀ ਇਨ ਏ ਸ਼ਿਫਟ। ਠੀਕ ਹੈ, ਜਿਹੜੇ ਫਲੋਰ ਹੁੰਦੇ ਆ ਗੈਸਟ ਦੇ ਉਹਨਾਂ ਨੂੰ ਸਹੀ ਤਰੀਕੇ ਨਾਲ ਸਾਫ਼ ਰੱਖਣਾ। ਜਿਵੇਂ ਸਕੋਪ ਇਨਕਲੂਡਸ ਗੈਸਟ ਰੂਮ, ਕੋਰੀਡੋਰਸ, ਸਟੇਅਰ ਕੇਸ ਐਂਡ ਫਲੋਰ ਪੈਂਟਰੀ ਆਫ ਦੀ ਐਲੋਕੇਟਡ ਫਲੋਰ ਦੇ ਉੱਤੇ ਮੈਟਸ ਵਗੈਰਾ ਹੁੰਦੇ ਆ, ਉਹ ਸਾਰੀਆਂ ਚੀਜ਼ਾਂ ਦਾ ਦੇਖਣਾ ਕਿ ਮੈਟ ਸਹੀ ਕੰਮ ਕਰ ਰਿਹਾ, ਸਟੇਅਰ ਕੇਸਿਸ ਦਾ ਦੇਖਣਾ ਕਿ ਫਲੋਰ ਕਲੀਨ ਆ। ਫਲੋਰ ਸੁਪਰਵਾਈਜ਼ਰ ਸਾਰੇ ਫਲੋਰਸ ਨੂੰ ਚੈੱਕ ਕਰਦਾ, ਉਹ ਸ਼ਿਫਟ ਹੁੰਦੀ ਆ ਹਰ ਇੱਕ ਫਲੋਰ ਦੀ ਗੈਸਟ ਫਲੋਰ 'ਤੇ ਨਿਗਾਹ ਰੱਖਣੀ। ਪਬਲਿਕ ਏਰੀਆ ਸੁਪਰਵਾਈਜ਼ਰ ਕੀ ਕਰਦਾ ਆ, ਰਿਸਪੌਂਸਿਬਿਲਿਟੀ ਕਲੀਨਿਨੈਸ, ਮੇਨਟੇਨੈਂਸ ਐਂਡ ਅਟਰੈਕਟਿਵਨੈਸ ਆਫ ਆਲ ਏਰੀਆਜ਼। ਇਹ ਪਬਲਿਕ ਏਰੀਆਜ਼ ਜਿਵੇਂ ਲੌਬੀ ਹੋ ਗਈ, ਰੈਸਟੋਰੈਂਟ ਹੋ ਗਿਆ, ਫਰੰਟ ਆਫਿਸ ਡਿਪਾਰਟਮੈਂਟ ਹੋ ਗਿਆ, ਹਰ ਡਿਪਾਰਟਮੈਂਟ ਦੇ ਵਿੱਚ ਪਬਲਿਕ ਏਰੀਆ ਦੇ ਵਿੱਚ ਜਿੱਥੇ ਗੈਸਟ ਆਉਂਦੇ ਜਾਂਦੇ ਰਹਿੰਦੇ ਉਹਨਾਂ ਨੂੰ ਸਾਫ਼ ਰੱਖਣਾ, ਗੈਸਟ ਵਾਸ਼ਰੂਮ ਥੱਲੇ ਸਾਫ਼ ਰੱਖਣਾ, ਹਰ ਇੱਕ ਚੀਜ਼ ਦੀ ਰਿਸਪੌਂਸਿਬਿਲਿਟੀ ਇਹਦੀ ਹੁੰਦੀ ਆ। ਪਬਲਿਕ ਏਰੀਆ ਸੁਪਰਵਾਈਜ਼ਰ ਨਜ਼ਰ ਰੱਖਦਾ, ਜਿਵੇਂ ਉਹਨਾਂ ਨੇ ਲਿਖਿਆ ਨਾ ਬਾਰ, ਰੈਸਟੋਰੈਂਟ, ਸਵੀਮਿੰਗ ਪੂਲ, ਕਾਰ ਪਾਰਕ ਐਂਡ ਏਰੀਆਜ਼। ਰੂਮ ਅਟੈਂਡੈਂਟ ਦਾ ਕੀ ਕੰਮ ਹੁੰਦਾ, ਰੂਮ ਅਟੈਂਡੈਂਟ ਜਿਹੜੇ ਰੂਮ ਦੇ ਵਿੱਚ ਅਟੈਂਡੈਂਟ ਪ੍ਰੋਵਾਈਡ ਕੀਤਾ ਹੁੰਦਾ ਰੂਮ ਸੁਪਰਵਾਈਜ਼ਰ ਨੂੰ, ਆਲਸੋ ਨੋਨ ਐਜ਼ ਚੈਂਬਰਮੇਡ ਔਰ ਰੂਮ ਬॉयਜ਼ ਵੀ ਇਹਨਾਂ ਨੂੰ ਕਹਿੰਦੇ ਆ। ਦੀ ਐਕਚੁਅਲ ਕਲੀਨਿੰਗ ਆਫ ਗੈਸਟ ਰੂਮ ਐਂਡ ਬਾਥਰੂਮ ਐਲੋਕੇਟਿਡ ਟੂ ਦੈਮ। ਇਹ ਆ ਜਿਹੜਾ ਰੂਮ ਨੂੰ ਕਲੀਨ ਕਰਦਾ ਹੈ ਤੇ ਗੈਸਟ ਰੂਮ ਦੇ ਬਾਥਰੂਮ ਨੂੰ ਸਾਫ਼ ਕਰਦਾ ਆ। ਰਿਪੋਰਟ ਐਨੀ ਰੀਪੇਅਰ ਇਨ ਗੈਸਟ ਰੂਮ, ਐਨੀ ਡੈਮੇਜ ਬਾय ਸਟਾਫ ਔਰ ਗੈਸਟ ਐਂਡ ਐਨੀ ਸਸਪੈਕਟਡ ਥੈਫਟ ਆਫ ਹੋਟਲ ਪ੍ਰੋਪਰਟੀ। ਇਹਨੇ ਰਿਪੋਰਟ ਕਰਨਾ ਹੁੰਦਾ ਸੁਪਰਵਾਈਜ਼ਰ ਨੂੰ ਕਿ ਕੋਈ ਗੈਸਟ ਰੂਮ ਦੇ ਵਿੱਚ ਕੋਈ ਅਗਰ ਕੋਈ ਡੈਮੇਜ ਵਗੈਰਾ ਹੋਈ ਹੋਵੇ, ਕਿ ਇਹ ਰੀਪੇਅਰ ਦੀ ਲੋੜ ਹੋਵੇ, ਜਾਂ ਕੋਈ ਵੀ ਚੋਰ ਵਗੈਰਾ ਸਸਪੈਕਟ ਲੱਗ ਰਿਹਾ ਹੋਵੇ, ਇਹ ਉਹਨੂੰ ਸੁਪਰਵਾਈਜ਼ਰ ਨੂੰ ਦੱਸਦਾ ਆ। ਮਤਲਬ ਇਹ ਰੂਮ ਦੀ ਸਾਰੀ ਜਿਹੜੀ ਵੀ ਕਾਰਵਾਈ ਆ ਰੂਮ ਸਾਫ਼ ਸੂਫ ਕਰਨ ਦੀ ਇਹਦੇ ਕੋਲ ਹੁੰਦੀ ਆ, ਇਹ ਯਾਦ ਰੱਖਣਾ। ਹਾਊਸਮੈਨ, ਹਾਊਸ ਅਟੈਂਡੈਂਟ, ਇਹ ਕੌਣ ਹੁੰਦਾ ਆ, ਕਲੀਨ ਕਾਰਪੇਟ, ਵਾਲ, ਰਿਮੂਵ ਟਰੈਸ਼ ਐਂਡ ਰੀਸਾਈਕਲਿੰਗ, ਕੇਅਰ ਫॉर ਫਲੋਰਸ ਐਂਡ ਕਲੀਨ ਹਾਈ ਐਂਡ ਹਾਰਡ ਟੂ ਰੀਚ ਏਰੀਆਜ਼। ਇਹ ਕਾਰਪੇਟਸ ਵਗੈਰਾ ਨੂੰ ਸਾਫ਼ ਕਰਦਾ ਆ, ਜਿਹੜੇ ਪਬਲਿਕ ਏਰੀਆ 'ਚ ਵੀ ਮੰਨ ਲਓ ਕਾਰਪੇਟਸ ਹੁੰਦੇ ਜਿਹੜੇ ਫਲੋਰ 'ਤੇ, ਵਾਲ ਕੰਧਾਂ ਨੂੰ, ਰਿਮੂਵ ਟਰੈਸ਼ ਜਿਹੜਾ ਉਹ ਗੰਦ ਡਸਟਬਿਨਸ ਹੁੰਦੇ ਉਹਨਾਂ ਨੂੰ ਰਿਮੂਵ ਕਰਦਾ, ਐਂਡ ਰੀਸਾਈਕਲਿੰਗ ਉਹਨਾਂ ਨੂੰ ਰੀਸਾਈਕਲਿੰਗ ਕਰਦਾ ਆ। ਠੀਕ ਹੈ, ਕੇਅਰ ਫॉर ਫਲੋਰ ਦੀ ਕੇਅਰ ਟੇਕ ਕਰਦਾ ਆ। ਮੇ ਵਰਕ ਐਂਡ ਲਿਨਨ, ਇੱਥੇ ਫੋਟੋ ਆ, ਮਤਲਬ ਇਹ ਪੁਰਾਣੇ ਲਿਨਨ ਨੂੰ ਚੇਂਜ ਕਰਦਾ ਹੈ। ਸੋਲਿਡ ਲਿਨਨ ਮਤਲਬ ਕਿ ਗੰਦੇ ਲਿਨਨ ਨੂੰ ਲਾਂਡਰੀ 'ਚ ਪਹੁੰਚਾਉਂਦਾ ਆ, ਉੱਥੋਂ ਸਾਫ਼ ਲਿਨਨ ਲੈ ਕੇ ਉੱਥੇ ਰੱਖਦਾ ਆ ਆਪਣੇ ਡਿਪਾਰਟਮੈਂਟ ਵਿੱਚ ਫਲੋਰ 'ਤੇ। ਪਬਲਿਕ ਏਰੀਆ ਅਟੈਂਡੈਂਟ ਦਾ ਕੀ ਕੰਮ ਹੁੰਦਾ, ਪਬਲਿਕ ਏਰੀਆ ਅਟੈਂਡੈਂਟ ਜਿਹੜਾ ਸਫਾਈ ਕਰਦਾ ਆ ਲੌਬੀ ਦੇ ਵਿੱਚ, ਜਾਂ ਫਿਰ ਪਬਲਿਕ ਏਰੀਆ ਦੇ ਵਿੱਚ ਸਫਾਈ ਕਰਦਾ ਆ, ਜਾਂ ਗੈਸਟ ਰੂਮਸ ਦੇ ਵਿੱਚ ਵੀ ਸਫਾਈ ਇਹੀ ਕਰ ਸਕਦਾ ਆ। ਠੀਕ ਹੈ, ਗੈਸਟ ਰੂਮ ਨੂੰ ਜਾਣ ਲਈ ਜਿਹੜੇ ਏਰੀਆਜ਼ ਯੂਜ਼ ਹੁੰਦੇ ਆ ਉਹਨਾਂ ਦੇ ਵਿੱਚ, ਠੀਕ ਹੈ, ਪਬਲਿਕ ਏਰੀਆ ਦੇ ਵਿੱਚ, ਜਾਂ ਕਿਤੇ ਵੀ ਬੈਕ ਆਫ ਦੇ ਹਾਊਸਸ ਬੈਕ ਆਫਿਸ ਹੁੰਦੇ ਆ, ਜਿਵੇਂ ਵਾਸ਼ਿੰਗ ਏਰੀਆ ਹੋ ਗਿਆ ਹੈ ਨਾ, ਸਟੋਰ ਰੂਮ ਹੋ ਗਏ, ਸਾਰਿਆਂ ਨੂੰ ਸਾਫ਼ ਕਰਨ ਦਾ ਜਿੰਮਾ ਪਬਲਿਕ ਏਰੀਆ ਅਟੈਂਡੈਂਟ ਦਾ ਹੁੰਦਾ। ਨਾਈਟ ਸੁਪਰਵਾਈਜ਼ਰ, ਇਹ ਕੀ ਕਰਦਾ ਆ, ਇਹ ਨਾਈਟ ਦੇ ਜਿੰਨੇ ਵੀ ਕੰਮ ਹੁੰਦੇ ਆ ਨਾਈਟ ਸੁਪਰਵਾਈਜ਼ਰ ਨੂੰ ਦਿੱਤੇ ਜਾਂਦੇ ਆ। ਅਕਾਊਂਟਿੰਗ ਦਾ ਕੰਮ ਜ਼ਿਆਦਾ ਹੁੰਦਾ ਨਾਈਟ ਦੇ ਵਿੱਚ, ਇਸ ਕਰਕੇ ਨਾਈਟ ਸੁਪਰਵਾਈਜ਼ਰ ਇੱਕ
ਨਾਈਟ ਆਡਿਟ ਰਿਪੋਰਟ ਤਿਆਰ ਕਰਦਾ ਕਿ ਨਾਈਟ ਵਿੱਚ ਸਾਰੇ ਦਿਨ ਵਿੱਚ ਜਿੰਨਾ ਵੀ ਪੈਸਾ ਆਇਆ, ਹਿਸਾਬ ਕਿਤਾਬ ਆਇਆ, ਉਹ ਸਾਰਾ ਨਾਈਟ ਸੁਪਰਵਾਈਜ਼ਰ ਉਸ ਚੀਜ਼ ਨੂੰ ਹੈਂਡਲ ਕਰਦਾ। ਰਾਤ ਨੂੰ ਇੱਕੋ ਹੀ ਸੁਪਰਵਾਈਜ਼ਰ ਹੁੰਦਾ, ਨਾਈਟ ਸੁਪਰਵਾਈਜ਼ਰ। ਲਿਨਨ ਰੂਮ ਸੁਪਰਵਾਈਜ਼ਰ, ਇਹ ਕੀ ਕਰਦਾ ਆ, ਲਿਨਨ ਰੂਮ ਜਿਵੇਂ ਬੈੱਡ ਸੀਟਸ ਹੋ ਗਈਆਂ ਆ, ਹੈ ਨਾ, ਰੂਮਸ ਦੇ ਵਿੱਚ ਕਈ ਤਰ੍ਹਾਂ ਦੀਆਂ ਸੀਟਸ ਆਉਂਦੀਆਂ ਆ, ਗੈਸਟ ਦੇ ਰੂਮ ਦੇ ਵਿੱਚ ਜਿਹੜੀਆਂ ਵਸਾਈਆਂ ਹੁੰਦੀਆਂ, ਉਹ ਸਾਰੀਆਂ ਦਾ ਜਿਹੜਾ ਕਿ ਹਿਸਾਬ ਕਿਤਾਬ ਰੱਖਣਾ, ਉਹ ਸਟੋਰ ਕਰਨਾ ਉਹਨਾਂ ਨੂੰ, ਉਹ ਸਾਰੀਆਂ ਕਲੀਨ ਹੈਗੀਆਂ ਨਹੀਂ ਹੋਈਆਂ ਹੈਗੀਆਂ, ਸਾਰਾ ਡਿਪਾਰਟਮੈਂਟ ਜਿਹੜਾ ਲਿਨਨ ਰੂਮ ਸੁਪਰਵਾਈਜ਼ਰ ਹੀ ਦੇਖਦਾ ਹੈ। ਲਿਨਨ ਰੂਮ ਅਟੈਂਡੈਂਟ, ਇਹ ਕੀ ਕਰਦਾ ਆ, ਇਹਦਾ ਵੀ ਕੰਮ ਹੁੰਦਾ ਆ ਕਿ ਸਮਾਨ ਜਿਹੜਾ ਵੀ ਹੈਗਾ ਉਹਦਾ ਰਿਕਾਰਡ ਰੱਖਣਾ, ਸੁਪਰਵਾਈਜ਼ਰ ਨੂੰ ਥੱਲੇ ਅਸਿਸਟ ਕਰਨਾ ਕਿ ਸਰ ਸਾਡੇ ਕੋਲ ਇਹ ਲਿਨਨ ਫਟਿਆ ਹੋਇਆ ਆ, ਇਹ ਲਿਨਨ ਇੰਨੇ ਪਏ ਆ, ਇਹ ਸਾਰਾ ਕੰਮ ਅਟੈਂਡੈਂਟ ਕਰਦਾ ਹੈ। ਮਤਲਬ ਲੌਂਡਰੀ ਅਟੈਂਡੈਂਟ ਲੌਂਡਰੀ ਦੇ ਵਿੱਚ ਜਿਹੜਾ ਵਰਕ ਪਰਫੋਰਮ ਕਰਦਾ ਹੈ, ਟਾਸਕ ਕਰਦਾ। ਯੂਨੀਫਾਰਮ ਰੂਮ ਸੁਪਰਵਾਈਜ਼ਰ, ਇੱਕ ਸਟਾਫ ਦੀ ਹੁਣ ਯੂਨੀਫਾਰਮਸ ਵੀ ਬਣਦੀਆਂ ਨੇ, ਤਾਂ ਸਟਾਫ ਨੂੰ ਯੂਨੀਫਾਰਮ ਪ੍ਰੋਵਾਈਡ ਕਰਨੀ, ਰੋਜ਼ ਆਉਂਦਾ ਜਾਂਦਾ ਸਟਾਫ, ਗੰਦੀਆਂ ਹੁੰਦੀਆਂ ਨਾ ਸ਼ੈਫ ਦੀਆਂ ਯੂਨੀਫਾਰਮਸ ਵੀ, ਸੋ ਉਹਨਾਂ ਨੂੰ ਚੰਗੀਆਂ ਵਧੀਆ ਕਲੀਨ ਯੂਨੀਫਾਰਮ ਪ੍ਰੋਵਾਈਡ ਕਰਨੀਆਂ, ਇਹ ਸਾਰਾ ਕੁਛ ਯੂਨੀਫਾਰਮ ਰੂਮ ਸੁਪਰਵਾਈਜ਼ਰ ਕਰਦਾ ਹੋਟਲ 'ਚ। ਯੂਨੀਫਾਰਮ ਰੂਮ ਅਟੈਂਡੈਂਟ, ਜਿਹੜਾ ਯੂਨੀਫਾਰਮ ਸੁਪਰਵਾਈਜ਼ਰ ਨੂੰ ਅਟੈਂਡੈਂਟ ਹੁੰਦਾ ਉਹਦਾ, ਜਿਹੜਾ ਕਿ ਗੰਦੀਆਂ ਯੂਨੀਫਾਰਮ ਲੈ ਕੇ ਜਾਂਦਾ ਅਤੇ ਸਾਫ਼ ਕਰਾ ਕੇ ਲੌਂਡਰੀ 'ਚੋਂ ਲੈ ਕੇ ਆਉਂਦਾ, ਯੂਨੀਫਾਰਮ ਰੂਮ ਅਟੈਂਡੈਂਟ ਕਿਹਾ ਜਾਂਦਾ ਉਸਨੂੰ। ਲੌਂਡਰੀ ਮੈਨੇਜਰ ਕੀ ਹੁੰਦਾ, ਲੌਂਡਰੀ ਮੈਨੇਜਰ ਜਿਹੜਾ ਲੌਂਡਰੀ ਦਾ ਹੈੱਡ ਹੁੰਦਾ ਆ, ਸਾਰਾ ਲੌਂਡਰੀ ਆਪਰੇਸ਼ਨ ਜਿੰਨਾ ਵੀ ਹੁੰਦਾ ਆ ਉਹ ਵਧੀਆ ਚੱਲ ਰਿਹਾ, ਕੋਈ ਪ੍ਰੋਬਲਮ ਤਾਂ ਨਹੀਂ ਆਈ ਮਸ਼ੀਨ ਵਗੈਰਾ 'ਚ, ਇਹ ਸਾਰਾ ਲੌਂਡਰੀ ਮੈਨੇਜਰ ਦੇਖਦਾ ਹੈ। ਸੀਮਸਟਰੈਸ ਜਿਹੜਾ ਦਰਜੀ ਹੁੰਦਾ ਹੈ, ਜਿਹੜਾ ਟੇਲਰ ਹੁੰਦਾ, ਜੇ ਅਗਰ ਕੋਈ ਫਟ ਗਈ ਆ ਡਰੈਸ ਕਿਸੇ ਦੀ, ਜਾਂ ਫਿਰ ਬੈੱਡ ਸ਼ੀਟ ਕੋਈ ਫਟ ਗਈ ਆ, ਉਸ ਨੂੰ ਜਿਹੜਾ ਆ ਰੀਪੇਅਰ ਕਰਦਾ ਆ, ਉਹ ਸੀਮਸਟਰੈਸ ਕਰਦਾ ਆ। ਕਲੈਰੀਕਲ ਸਟਾਫ, ਹਾਂ ਕਲੈਰੀਕਲ ਜਿਹੜਾ ਕਿ ਫ਼ੋਨ ਕਾਲਾਂ ਦੇ ਆਨਸਰ ਦਿੰਦਾ ਆ, ਕੋਈ ਵੀ ਮਤਲਬ ਕੋਈ ਬੈਠਿਆ ਹੁੰਦਾ ਆ ਆਫਿਸ ਦੇ ਵਿੱਚ, ਕੋਈ ਫੋਨ ਆਉਂਦਾ ਆ, ਫਰੰਟ ਆਫਿਸ ਦਾ ਫੋਨ ਆਉਂਦਾ ਕਿ ਸਰ ਉਹ ਰੂਮ ਦੇ ਵਿੱਚ ਕਲੀਨਿੰਗ ਕਰਵਾਓ, ਇਹ ਸਾਰਾ ਕਿ ਕਲੈਰੀਕਲ ਸਟਾਫ ਜਿਹੜਾ ਆ ਉਹ ਸਿਰਫ ਉਹਦਾ ਕੰਮ ਹੁੰਦਾ ਫ਼ੋਨ ਕਾਲਾਂ ਸੁਣਨਾ। ਏਰੀਆਜ਼ ਆਫ ਹਾਊਸਕੀਪਿੰਗ ਡਿਪਾਰਟਮੈਂਟ ਰਿਸਪੋਂਸੀਬਿਲਿਟੀਜ਼ ਆ ਗਈਆਂ ਅੱਗੇ। ਹਾਊਸਕੀਪਿੰਗ ਡਿਪਾਰਟਮੈਂਟ ਦੇ ਏਰੀਆ, ਰੂਮ ਕੋਈ ਵੀ ਹੋ ਸਕਦਾ ਆ, ਸਿੰਗਲ ਰੂਮ, ਡਬਲ ਰੂਮ, ਸਵੀਟ ਰੂਮ, ਡੀਲਕਸ ਰੂਮ, ਸੁਪੀਰੀਅਰ, ਹੈ ਨਾ। ਪਬਲਿਕ ਏਰੀਆ ਕਿਹੜੇ ਕਿਹੜੇ ਹੁੰਦੇ, ਐਂਟਰੈਂਸ, ਲੌਬੀ, ਫਰੰਟ ਡੈਸਕ ਅਤੇ ਕੋਰੀਡੋਰਸ, ਇਹ ਪਬਲਿਕ ਏਰੀਆ। ਅਤੇ ਹੋਰ ਅਦਰ ਏਰੀਆ 'ਚ ਆ ਗਏ ਡਾਈਨਿੰਗ ਏਰੀਆ, ਬੈਂਕੁਏਟ ਐਂਡ ਕਾਨਫਰੰਸਿਸ ਹਾਲ ਹੁੰਦੇ ਆ, ਸੇਲਜ਼ ਐਂਡ ਐਡਮਿਨਿਸਟ੍ਰੇਸ਼ਨ ਆਫਿਸ ਜਿਹਦੇ ਵਿੱਚੋਂ ਹੈੱਡ ਬਹਿੰਦੇ ਆ, ਪਾਰਕਿੰਗ ਐਂਡ ਫਰੰਟ ਏਰੀਆ, ਇਹ ਸਾਰੇ ਆ ਗਏ ਅਦਰ ਏਰੀਆ। ਇਹ ਸਾਰੇ ਕਲੀਨਿੰਗ ਕਰਨਾ ਹਾਊਸਕੀਪਿੰਗ ਡਿਪਾਰਟਮੈਂਟ ਦੇ ਏਰੀਆਜ਼ ਹੁੰਦੇ ਆ। ਰੂਮ, ਦੀ ਮੋਸਟ ਇੰਪੋਰਟੈਂਟ ਐਲੀਮੈਂਟ ਆਫ ਫॉर ਹਾਊਸਕੀਪਿੰਗ ਡਿਪਾਰਟਮੈਂਟ। ਰੂਮਸ ਜਿਹੜੇ ਹੁੰਦੇ ਆ, ਦੇਖੋ ਰੂਮ ਕਿਹੜੇ ਕਿਹੜੇ, ਸਵੀਟ ਰੂਮ ਹੋ ਗਿਆ, ਡੀਲਕਸ ਰੂਮ, ਸੁਪੀਰੀਅਰ ਰੂਮ, ਸਟੈਂਡਰਡ ਰੂਮ, ਇਹਦੇ ਬਾਰੇ ਅਲੱਗ ਮੈਂ ਬਣਾਵਾਂਗਾ ਰੂਮਸ ਦੇ ਵਿੱਚ ਕੀ ਕੀ ਹੁੰਦਾ ਆ। ਆਹ ਦੇਖੋ ਹੁਣ ਰਿਸਪੋਂਸੀਬਿਲਿਟੀ ਦੇ ਵਿੱਚ ਆ ਗਿਆ ਰੂਮ ਕਲੀਨਿੰਗ, ਬਾਥਰੂਮ ਕਲੀਨਿੰਗ, ਬੈੱਡ ਮੇਕਿੰਗ, ਰੂਮ ਸਰਵਿਸ ਪ੍ਰੋਵਾਈਡ ਕਰਨੀ, ਗੈਸਟ ਲੌਂਡਰੀ ਸਰਵਿਸ ਪ੍ਰੋਵਾਈਡ ਕਰਨਾ। ਇਹ ਜ਼ਰੂਰ ਯਾਦ ਰੱਖਣਾ, ਇਹ ਜਿਹੜੀਆਂ ਹਾਊਸਕੀਪਿੰਗ ਡਿਪਾਰਟਮੈਂਟ ਸਰਵਿਸਿਜ਼ ਦਿੰਦਾ ਆ। ਪਬਲਿਕ ਏਰੀਆ ਮੈਂ ਦੱਸਿਆ ਸੀਗਾ, ਸਾਫ਼ ਕਰਨਾ ਪਬਲਿਕ ਏਰੀਆ, ਸਾਰੇ ਕੋਰੀਡੋਰਸ ਵਗੈਰਾ, ਲੌਬੀ ਵਗੈਰਾ ਸਾਫ਼ ਕਰਨੇ, ਦੇਖਣਾ ਕਿ ਸਾਰੇ ਸਾਫ਼ ਹੈਗੇ ਜਾਂ ਨਹੀਂ ਹੈਗੇ, ਇਹ ਸਾਰਾ ਪਬਲਿਕ ਏਰੀਆ ਹੁੰਦਾ ਆ, ਜਿਹਦੇ ਵਿੱਚ ਕੀ ਕੀ ਆ ਰਿਹਾ, ਲੌਬੀ, ਐਂਟਰੈਂਸ, ਫਰੰਟ ਡੈਸਕ, ਕੋਰੀਡੋਰਸ ਐਂਡ ਲਿਫਟ ਔਰ ਐਲੀਵੇਟਰ। ਦੀ ਪਬਲਿਕ ਏਰੀਆ ਰਿਸਪੋਂਸੀਬਿਲਿਟੀ, ਵਰਕੇਬਲ ਸ਼ਡਿਊਲ ਦੱਸਿਆ ਹੁੰਦਾ ਆ, ਕੰਡਕਟਿੰਗ ਰੈਗੂਲਰ ਇੰਸਪੈਕਸ਼ਨ ਹੁੰਦੀ ਆ ਜਿਹੜੀ ਸੁਪਰਵਾਈਜ਼ਰ ਵੱਲੋਂ ਕੀਤੀ ਜਾਂਦੀ ਆ, ਪ੍ਰੋਵਾਈਡਿੰਗ ਟੂਲਸ ਐਂਡ ਇਕਵਿਪਮੈਂਟ ਦਿੱਤੇ ਜਾਂਦੇ ਨੇ ਉਹਨਾਂ ਨੂੰ ਕਿ ਸਾਫ਼ ਕਰਨ ਲਈ, ਅਤੇ ਕੋਂਟਰੈਕਟ ਕਲੀਨਿੰਗ ਵੀ ਇਹਦੇ ਵਿੱਚ ਆਉਂਦੀ ਆ, ਜਿਹੜੇ ਕੋਂਟਰੈਕਟ ਬੇਸਡ ਬਾਹਰੋਂ ਕਰਵਾਉਂਦੇ ਆ। ਵਰਕੇਬਲ ਸ਼ਡਿਊਲਸ, ਦੀ ਡੇ ਸ਼ਿਫਟ ਫॉर ਪਬਲਿਕ ਏਰੀਆ ਕੰਸੰਟਰੇਟ ਔਨ ਨੀਟ ਐਂਡ ਅਪੀਅਰੈਂਸ, ਹੈ ਨਾ। ਪਬਲਿਕ ਏਰੀਆ ਡੇ ਦੇ ਵਿੱਚ ਸ਼ਿਫਟ ਜਿਹੜੀ ਕੀਤੀ ਜਾਂਦੀ ਹੈ ਕਿ ਵਧੀਆ ਦਿੱਖ ਜਿਹੜੀ ਬਣਾ ਸਕੀਏ। ਅਰਲੀ ਮੋਰਨਿੰਗ ਸ਼ਿਫਟ 4 ਤੋਂ 5 ਵਜੇ ਤੱਕ ਅਰਲੀ ਮੋਰਨਿੰਗ, ਕਿਉਂਕਿ ਸਵੇਰੇ ਸਵੇਰੇ ਉਹ ਸਫਾਈ ਸ਼ੁਰੂ ਕਰ ਦਿੰਦੇ ਆ, ਬਾਕੀ ਉਹ ਡਿਪੈਂਡ ਕਰਦਾ ਹੋਟਲ ਦੇ ਏਰੀਆ ਦੇ ਉੱਤੇ। ਇਹ ਲੇਬਰ ਐਨਾਲਾਈਸਿਸ ਕਰਦੀ ਹੈ, ਸ਼ਡਿਊਲ ਬਣਾਇਆ ਜਾਂਦਾ, ਲੇਬਰ ਕਿੰਨੀ ਆ, ਸਾਰਾ ਕਿਹਨੂੰ ਪਬਲਿਕ ਏਰੀਆ ਵੰਡਣਾ, ਕਿਹਨੂੰ ਕਿਹੜਾ ਏਰੀਆ ਵੰਡਣਾ, ਇਹ ਸਾਰਾ ਦਿੱਤਾ ਜਾਂਦਾ। ਉਹਨਾਂ ਨੂੰ ਟਰੋਲੀਜ਼ ਵੈਕਿਊਮ ਪ੍ਰੋਵਾਈਡ ਕੀਤੇ ਜਾਂਦੇ ਨੇ ਸਾਫ਼ ਕਰਨ ਦੇ ਲਈ। ਕੋਂਟਰੈਕਟ ਕਲੀਨਿੰਗ ਜਿਹੜੀ ਬਾਹਰੋਂ ਕਰਵਾਈ ਜਾਂਦੀ ਆ, ਕੋਂਟਰੈਕਟ ਬੇਸਡ ਲਿਆਉਂਦੇ ਜਾਂਦੇ ਨੇ
ਤੇ ਉਹਨਾਂ ਨੂੰ ਹਾਇਰ ਕੀਤਾ ਜਾਂਦਾ ਹੈ ਸਟਾਫਸ ਨੂੰ ਕੰਟਰੈਕਟ ਕਲੀਨਿੰਗ ਦੇ ਲਈ। ਪ੍ਰੋਵਾਈਡਿੰਗ ਟੂਲ ਐਂਡ ਇਕਵਿਪਮੈਂਟਸ ਪ੍ਰੋਵਾਈਡ ਕੀਤੇ ਜਾਂਦੇ ਨੇ, ਹੈ ਨਾ, ਟੂਲਸ ਇਕਵਿਪਮੈਂਟਸ ਦਿੱਤੇ ਜਾਣੇ ਕੰਮ ਕਰਨ ਦੇ ਲਈ, ਕਿ ਤੋਂ ਜਿਹਦੇ ਨਾਲ ਕਿ ਕੰਮ ਸਮੂਥਲੀ ਰਨ ਹੁੰਦਾ ਡਿਪਾਰਟਮੈਂਟ, ਤੇ ਕਲੀਨਿੰਗ ਜਿਹੜੀ ਆ ਵਧੀਆ ਤਰੀਕੇ ਦੇ ਨਾਲ ਹੋ ਜਾਂਦੀ ਹੈ। ਕੰਡਕਟਿੰਗ ਰੈਗੂਲਰ ਇੰਸਪੈਕਸ਼ਨ, ਇਹ ਕੌਣ ਕਰਦਾ ਆ? ਇਹ ਕਰਦਾ ਸੁਪਰਵਾਈਜ਼ਰ। ਰੋਜ਼ ਦੇਖਦਾ ਕਿ ਕੋਈ ਚੀਜ਼ ਤੇ ਹੈ ਤੇ ਨਹੀਂ, ਕਿਤੇ ਖਰਾਬ ਤੇ ਨਹੀਂ, ਕੋਈ ਟੁੱਟਿਆ ਤੇ ਨਹੀਂ, ਇਹ ਸਾਰਾ ਕੁਝ ਜਿਹੜਾ ਇਹ ਡਿਪਾਰਟਮੈਂਟ ਹਾਊਸਕੀਪਿੰਗ ਡਿਪਾਰਟਮੈਂਟ ਦੇਖਦਾ ਆ। ਕੰਡਕਟਿੰਗ ਰੈਗੂਲਰ ਇੰਸਪੈਕਸ਼ਨ ਕਰਦੇ ਰਹਿਣਾ ਕਿ ਕਿਤੇ ਕੋਈ ਟੁੱਟ ਤੇ ਨਹੀਂ ਗਿਆ, ਕਿਤੇ ਕੁਝ ਹੋ ਤੇ ਨਹੀਂ ਗਿਆ, ਕਿਤੇ ਲੌਬੀ ਦੇ ਵਿੱਚ ਕਿਤੇ ਇੰਸਪੈਕਸ਼ਨ ਕਰਨੀ, ਕਿਤੇ ਕੋਈ ਚੀਜ਼ ਜਿਹੜੀ ਵਾਧੂ ਤੇ ਨਹੀਂ ਵਿਸੀ ਹੋਈ ਜਾਂ ਕੁਝ ਵੀ, ਹਰ ਇੱਕ ਚੀਜ਼ ਦੇਖਣੀ, ਕੋਈ ਟੁੱਟਿਆ ਟੱਟਿਆ ਤਾਂ ਨਹੀਂ ਹੋ। ਅਦਰ ਏਰੀਆ ਡਾਈਨਿੰਗ ਏਰੀਆ, ਸੇਲਜ਼ ਐਂਡ ਐਡਮਿਨਿਸਟ੍ਰੇਸ਼ਨ ਏਰੀਆ, ਰਿਸੈਪਸ਼ਨ ਏਰੀਆ, ਰੀਕ੍ਰੀਏਸ਼ਨ ਏਰੀਆ, ਬੈਂਕੁਏਟ ਕਾਨਫਰੰਸ ਅਤੇ ਪਾਰਕਿੰਗ ਐਂਡ ਫਰੰਟ ਏਰੀਆ, ਸਾਰੇ ਡਿਪਾਰਟਮੈਂਟ ਜਿਹੜੇ ਹਾਊਸਕੀਪਿੰਗ ਡਿਪਾਰਟਮੈਂਟ ਹੈਂਡਲ ਕਰਦਾ ਹੈ। ਸੋ ਡੇਲੀ ਕਲੀਨਿੰਗ, ਸਪੈਸ਼ਲ ਕਲੀਨਿੰਗ ਪ੍ਰੋਜੈਕਟ, ਨਾਈਟ ਕਲੀਨਿੰਗ ਅਸਾਈਨਮੈਂਟ, ਜਨਰਲ, ਇਹ ਸਾਰੀਆਂ ਕਲੀਨਿੰਗਸ ਹੁੰਦੀਆਂ ਨੇ, ਠੀਕ ਹੈ। ਡੇਲੀ ਕਲੀਨਿੰਗ ਕਿਹੜੀ ਕਿਹੜੀ ਕਰਨੀ ਆ, ਸਪੈਸ਼ਲ ਕੋਈ ਕਲੀਨਿੰਗ ਕਰਨੀ ਆ, ਨਾਈਟ ਕਲੀਨਿੰਗ ਕਿਹੜੀਆਂ ਕਿਹੜੀਆਂ ਕਰਨੀਆਂ, ਜਨਰਲ ਕਲੀਨਿੰਗ ਕਿਹੜੀ ਕਿਹੜੀ ਕਰਨੀ ਆ। ਡੇਲੀ ਕਲੀਨਿੰਗ ਜਿਹੜੀ ਹੁੰਦੀ ਆ, ਹਾਊਸਕੀਪਿੰਗ ਇਜ਼ ਰਿਸਪੋਂਸੀਬਲ ਫॉर ਡੇਲੀ ਕਲੀਨਿੰਗ ਐਕਟੀਵਿਟੀ, ਡਾਈਨਿੰਗ, ਪਾਰਕਿੰਗ, ਉਹ ਦੇਖੋ, ਐਂਡ ਫਰੰਟ ਐਂਡ ਰੀਕ੍ਰੀਏਸ਼ਨ ਏਰੀਆ ਵਿੱਚ ਡੇਲੀ ਕੀਤਾ ਜਾਂਦਾ ਸਾਫ਼, ਠੀਕ ਹੈ। ਇਹਦੇ ਵਿੱਚ ਲਿਨਨ ਸਪਲਾਈ ਜਾਂ ਡੀਲਿੰਗ ਵਿਦ ਸਪਿਲਸ ਵੈਕਿਊਮ ਕੀਤਾ ਜਾਂਦਾ ਹੈ, ਅਤੇ ਕਾਰਪੈਟ ਸ਼ੈਂਪੂਇੰਗ ਕੀਤੀ ਜਾਂਦੀ ਹੈ। ਸਪੈਸ਼ਲ ਕਲੀਨਿੰਗ ਜਿੱਦਾਂ ਮਿਰਰ ਹੋ ਗਏ, ਕੋਈ ਸਿੰਕ ਪੋਲਿਸ਼ ਕਰਨਾ ਆ, ਟਾਈਲ 'ਤੇ ਪੋਲਿਸ਼ ਕਰਨਾ ਆ, ਜਾਂ ਐਂਟਰੈਂਸ 'ਤੇ ਕਲੀਨਿੰਗ ਕਰਨਾ, ਇਹ ਹਫ਼ਤੇ ਬਾਅਦ ਜ਼ਿਆਦਾਤਰ ਕੀਤੀ ਜਾਂਦੀ ਹੈ, ਜ਼ਿਆਦਾਤਰ ਰਾਤ ਨੂੰ ਕੀਤੀ ਜਾਂਦੀ ਹੈ। ਨਾਈਟ ਕਲੀਨਿੰਗ, ਨਾਈਟ ਕਲੀਨਿੰਗ ਦੇ ਵਿੱਚ ਕੀ ਹੁੰਦਾ ਆ, ਜ਼ਿਆਦਾਤਰ ਕੀਤੀ ਜਾਂਦੀ ਹੈ, ਇਹ 10 ਵਜੇ ਤੋਂ ਲੈ ਕੇ ਰਾਤ 2 ਵਜੇ ਤੱਕ ਕੀਤੀ ਜਾਂਦੀ ਹੈ, ਇਹ ਯਾਦ ਰੱਖਣਾ। ਇਹਦੇ ਵਿੱਚ ਕੀ ਕੀਤਾ ਜਾਂਦਾ ਕਿ ਬਾਹਰ ਦਾ ਏਰੀਆ ਜ਼ਿਆਦਾਤਰ ਸਾਫ਼ ਕੀਤਾ ਜਾਂਦਾ ਹੋਟਲ ਦਾ। ਜਨਰਲ ਕਲੀਨਿੰਗ, ਜਨਰਲ ਕਲੀਨਿੰਗ ਉਹੀ ਵੈਕਿਊਮ ਕਰਨਾ, ਲੈਂਪ ਵਗੈਰਾ ਸਾਫ਼ ਕਰਨੇ, ਰੂਮਸ ਵਗੈਰਾ ਸਾਫ਼ ਕਰਨੇ, ਬੱਲਬ ਵਗੈਰਾ ਸਾਫ਼ ਕਰਨੇ, ਕੋਈ ਵੀ ਫਲੋਰ ਕਾਰਪੇਟ ਵਗੈਰਾ ਸਾਫ਼ ਕਰਨੇ, ਇਹ ਕੀ ਕਹਿੰਦੇ, ਇਹ ਡੇਲੀ ਔਰ ਵੀਕਲੀ ਕਲੀਨਿੰਗ ਵੀ ਕੀਤੀ ਜਾਂਦੀ ਹੈ, ਡੇਲੀ ਬੇਸਿਸ, ਮੰਥਲੀ ਬੇਸਿਸ ਵੀ ਕੀਤੀਆਂ ਜਾਂਦੀਆਂ ਨੇ, ਇਹ ਕਲੀਨਿੰਗ ਵਗੈਰਾ ਜਿਹੜੀ ਜਨਰਲ ਕਲੀਨਿੰਗ ਹੁੰਦੀ ਆ। ਫੰਕਸ਼ਨ ਆਫ ਹਾਊਸਕੀਪਿੰਗ ਡਿਪਾਰਟਮੈਂਟ, ਆਹ ਦੇਖ ਲਓ, ਪ੍ਰੋਵਾਈਡਿੰਗ ਕਲੀਨ, ਕੰਫਰਟੇਬਲ ਐਂਡ ਸੇਫ ਸਰਾਊਂਡਿੰਗ, ਠੀਕ ਹੈ, ਸਾਫ ਸਫਾਈ ਵਾਲਾ, ਮੇਨਟੇਨਿੰਗ ए ਹਾਊਸ, organization will approach and technical understand to enable housekeeping department to cope with the volume of work, ਠੀਕ ਹੈ। ਵਧੀਆ ਦੇਖੋ ਰੱਖਣੀ, ਮੇਨਟੇਨ ਕਰਕੇ ਰੱਖਣਾ। ਓਪਟੇਨ ਓਪਟੀਮਲ ਰੂਮ ਸੇਲ, ਮਤਲਬ ਕਿ ਰੂਮ ਇੱਦਾਂ ਦਾ ਬਣਾ ਦੇਣਾ ਕਿ ਉਹਨੂੰ ਦੁਬਾਰਾ ਸੇਲ ਕੀਤਾ ਜਾ ਸਕੇ, ਫਿਰ ਉਸੇ ਤਰ੍ਹਾਂ ਮਤਲਬ ਵਧੀਆ ਬਣਾ ਦੇਣਾ ਰੂਮ ਨੂੰ। ਫੁੱਲ ਫਿਲਿੰਗ ਗੈਸਟ ਪ੍ਰੈਫਰੈਂਸਿਸ, ਗੈਸਟ ਨੇ ਅਗਰ ਕੁਝ ਮੰਗਿਆ ਉਹਨੂੰ ਫੁੱਲਫਿਲ ਕਰਨਾ, ਉਹਦੀਆਂ ਡਿਮਾਂਡਸ ਪੂਰੀਆਂ ਕਰਨੀਆਂ। ਕ੍ਰੀਏਟਿੰਗ ਅਪੀਲਿੰਗ ਐਂਡ ਡਿਜ਼ਾਇਰਡ ਰੂਮ, ਉਹਨੂੰ ਮਤਲਬ ਜਿੱਦਾਂ ਦਾ ਰੂਮ ਚਾਹੀਦਾ ਉੱਦਾਂ ਦਾ ਪ੍ਰੋਵਾਈਡ ਕਰਨਾ, ਇਹ ਫੰਕਸ਼ਨ ਆਫ ਹਾਊਸਕੀਪਿੰਗ ਡਿਪਾਰਟਮੈਂਟ ਆ, ਠੀਕ ਹੈ। ਕਲੀਨਿੰਗ, ਮਤਲਬ ਸਭ ਤੋਂ ਜ਼ਿਆਦਾ ਕਲੀਨਿੰਗ ਅਤੇ ਮੇਨਟੇਨਿੰਗ ਹੀ ਹਾਊਸਕੀਪਿੰਗ ਡਿਪਾਰਟਮੈਂਟ ਦਾ ਕੰਮ ਹੁੰਦਾ ਹੈ। ਸੋ ਇਹ ਸੀਗਾ ਹਾਊਸਕੀਪਿੰਗ ਡਿਪਾਰਟਮੈਂਟ ਦਾ। ਥੈਂਕ ਯੂ ਸੋ ਮੱਚ।